Hello, dear students. Today we will discuss the last topic of life processes, the last process which is called excretion. Excretion की है? We have already discussed how organisms get rid of gaseous wastage generated during the photosynthesis or respiration. Respiration ਕਿੱਥੇ ਹੁੰਦੀ ਹੈ? ਐਨੀਮਲਸ ਦੇ ਵਿੱਚ ਐਂਡ ਫੋਟੋਸਿੰਥੇਸਿਸ ਕਿੱਥੇ ਹੁੰਦੀ ਹੈ? ਪਲਾਂਟਸ ਦੇ ਵਿੱਚ। ਜਦੋਂ ਇਹ ਹੁੰਦੀ ਹੈ ਤਾਂ ਕਈ ਵੇਸਟ ਪ੍ਰੋਡਕਟ ਵੀ ਪੈਦਾ ਹੁੰਦੇ ਹਨ। ਅਦਰ ਮੈਟਾਬੋਲਿਕ ਐਕਟੀਵਿਟੀਜ਼ ਜਨਰੇਟ ਨਾਈਟਰਸ ਮਟੀਰੀਅਲ ਵਿਚ ਨੀਡ ਟੂ ਬੀ ਰਿਮੂਵਡ। ਕਈ ਨਾਈਟਰਸ ਮਟੀਰੀਅਲ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਬਾਡੀ ਦੇ ਵਿੱਚੋਂ ਰਿਮੂਵ ਕਰਨ ਦੀ ਲੋੜ ਪੈਂਦੀ ਹੈ। ਜੇਕਰ ਉਹਨਾਂ ਨੂੰ ਰਿਮੂਵ ਨਹੀਂ ਕਰਦੇ ਤਾਂ ਇਹ ਸਰੀਰ ਲਈ ਹਾਰਮਫੁਲ ਬਣ ਜਾਂਦੇ ਹਨ। ਸੋ the biological process involved in the removal of these harmful metabolic wastes from the body is called excretion। ਉਹ biological process ਜਿਹੜੀ ਹਾਰਮਫੁਲ ਵੇਸਟ ਨੂੰ ਰਿਮੂਵ ਕਰਦੀ ਆ ਫਰੋਮ ਦਾ ਬਾਡੀ ਇਜ਼ ਕਾਲਡ ਐਕਸਕ੍ਰੀਸ਼ਨ। ਸੋ ਡਿਫਰੈਂਟ ਆਰਗੈਨਿਜ਼ਮ ਯੂਜ਼ ਵੇਰੀਡ ਸਟ੍ਰੈਟਜੀਜ਼ ਟੂ ਡੂ ਦਿਸ। ਅਲੱਗ-ਅਲੱਗ ਆਰਗੈਨਿਜ਼ਮ ਦੇ ਵਿੱਚ ਅਲੱਗ-ਅਲੱਗ ਤਰੀਕੇ ਹਨ। ਸੋ ਫਸਟ, ਐਜ਼ in human beings, first of all we will study the excretion in human beings। ਮਨੁੱਖ ਦੇ ਵਿੱਚ excretion ਕਿਵੇਂ ਹੁੰਦੀ ਹੈ? The excretory system of human beings includes a pair of kidneys। ਮਨੁੱਖ ਦੇ ਵਿੱਚ ਜਿਹੜਾ ਸਿਸਟਮ ਲੱਗਿਆ ਹੋਇਆ ਹੈ ਉਹਦੇ 'ਚ ਇੱਕ ਜੋੜਾ ਕਿਡਨੀਆਂ ਦਾ ਮੀਨਸ ਦੋ ਕਿਡਨੀਆਂ। A pair of ureters, ਦੂਸਰੇ ਪਾਸੇ ਫਿਗਰ 'ਚ ਕਲੀਅਰ ਕਰਦੇ ਹਾਂ। ਯੂਰੇਟਰਸ ਇੱਕ ਪਾਈਪ ਹੁੰਦੀ ਹੈ ਜੋ ਕਿਡਨੀ ਤੋਂ ਬਲੈਡਰ ਤੱਕ ਜਾਂਦੀ ਹੈ। ਇਹ ਯੂਨਰਰੀ ਬਲੈਡਰ ਇੱਕ ਬਲੈਡਰ ਜਿੱਥੇ ਸਾਡਾ ਜੋ ਵਾਸ਼ਰੂਮ ਹੈ ਉਹ ਇਕੱਠਾ ਹੁੰਦਾ ਹੈ ਆ ਕੇ ਸਟੋਰ ਹੁੰਦਾ ਹੈ। ਐਂਡ ਇਹ ਯੂਥਰਾ, ਅਤੇ ਇੱਕ ਯੂਥਰਾ ਇਹ ਇੱਕ ਉਹ ਪਾਈਪ ਹੈ ਜੋ ਬਲੈਡਰ ਤੋਂ ਵਾਸ਼ਰੂਮ ਨੂੰ ਬਾਡੀ 'ਚੋਂ ਬਾਹਰ ਰਿਮੂਵ ਕਰਦੀ ਹੈ। ਕਿਡਨੀਜ਼ ਆਰ ਲੋਕੇਟਡ ਇਨ ਐਬਡੋਮਨ। ਸਾਡੇ ਪੇਟ ਦੇ ਉੱਪਰ ਕਿਡਨੀਆਂ ਹੁੰਦੀਆਂ ਹਨ। ਵਨ ਔਨ ਆਈਦਰ ਸਾਈਡ ਆਫ ਦਾ ਬੈਕਬੋਨ, ਜੋ ਰੀੜ੍ਹ ਦੀ ਹੱਡੀ ਦੀ ਦੋਨੋਂ ਸਾਈਡ 'ਤੇ ਹੁੰਦੀਆਂ ਹਨ, ਇੱਕ ਲੈਫਟ ਸਾਈਡ ਅਤੇ ਇੱਕ ਰਾਈਟ ਸਾਈਡ। ਯੂਰਾਈਨ ਪ੍ਰੋਡਿਊਸਡ ਇਨ ਕਿਡਨੀਜ਼, ਜਿਹੜਾ ਵਾਸ਼ਰੂਮ ਕਿਡਨੀ ਦੇ ਵਿੱਚ ਪੈਦਾ ਹੁੰਦਾ ਹੈ, ਪਾਸਿਸ ਥਰੂ the ureters into the urinary bladder। ਇੱਥੇ ਤੁਸੀਂ ਦੇਖ ਸਕਦੇ ਹੋ ਇਹ ਦੋ ਕਿਡਨੀਆਂ ਹਨ ਅਤੇ ਇਹ ਜੋ ਦੋ ਪਾਈਪ ਨੀਚੇ ਨੂੰ ਆ ਰਹੀਆਂ ਹਨ ਇਹ ਹਨ ਯੂਰੋਟਰੀ ਅਤੇ ਥੱਲੇ ਯੂਨਰੀ ਬਲੈਡਰ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਵਾਸ਼ਰੂਮ ਹੈ ਜਿਹੜਾ ਕਲੈਕਟ ਹੁੰਦਾ ਹੈ ਅਤੇ ਯੂਥਰਾ ਰਾਹੀਂ ਇਸ ਦੀ ਆਊਟਪੁੱਟ ਹੋ ਜਾਂਦੀ ਹੈ। ਸੋ ਜੋ ਯੂਰਾਈਨ ਕਿਡਨੀ ਵਿੱਚ ਪ੍ਰੋਡਿਊਸ ਹੁੰਦਾ ਹੈ ਯੂਟਰ ਰਾਹੀਂ ਯੂਨੀਰਰ ਬਲੈਡਰ ਦੇ ਵਿੱਚ ਆ ਜਾਂਦਾ ਹੈ। ਵੇਅਰ ਇਟ ਇਜ਼ ਸਟੋਰਡ, ਜਿੱਥੇ ਸਟੋਰ ਹੁੰਦਾ ਹੈ ਅੰਟਲ ਇਟ ਇਜ਼ ਰਿਲੀਜ਼ਡ ਥਰੂ ਦਾ ਯੂਥਰਾ, ਜਦੋਂ ਤੱਕ ਇਸ ਨੂੰ ਯੂਥਰਾ ਰਾਹੀਂ ਬਾਹਰ ਨਹੀਂ ਕੱਢਿਆ ਜਾਂਦਾ। ਨਾਓ ਦਾ ਨੈਕਸਟ ਕੁਐਸਚਨ ਇਜ਼ ਹਾਊ ਇਜ਼ ਯੂਰਾਈਨ ਪ੍ਰੋਡਿਊਸਡ। ਜੋ ਵਾਸ਼ਰੂਮ ਹੈ ਜਾਂ ਜੋ ਮੂਤਰ ਹੈ ਉਹ ਕਿਵੇਂ ਪੈਦਾ ਹੁੰਦਾ ਹੈ? ਦੀ ਪਰਪਜ਼ ਆਫ ਮੇਕਿੰਗ ਯੂਰਾਈਨ ਇਜ਼ ਟੂ ਫਿਲਟਰ ਆਊਟ ਦੀ ਵੇਸਟ ਪ੍ਰੋਡਕਟ ਫਰਾਮ ਦਾ ਬਲੱਡ। ਬਲੱਡ ਨੂੰ ਕਿਡਨੀਜ਼ ਜਦੋਂ ਫਿਲਟਰ ਕਰਦੀਆਂ ਹਨ ਤਾਂ ਉਸ ਵਿੱਚੋਂ ਜਿਹੜਾ ਵੇਸਟ ਪ੍ਰੋਡਕਟ ਨਿਕਲਦਾ ਹੈ, ਜੋ ਗੈਸ ਹੁੰਦੀ ਹੈ ਉਸ ਨੂੰ ਲੰਗਸ ਰਿਮੂਵ ਕਰਦੇ ਹਨ, ਜੋ ਲਿਕੁਇਡ ਵੇਸਟ ਬਲੱਡ 'ਚੋਂ ਰਿਮੂਵ ਹੁੰਦੀ ਹੈ ਉਸ ਨੂੰ ਕਿਡਨੀਆਂ ਰਿਮੂਵ ਕਰਦੀਆਂ ਹਨ।
ਸੋ ਬਲੱਡ ਦੇ ਵਿੱਚੋਂ ਜਿਹੜੀ ਲਿਕੁਇਡ ਵੇਸਟ ਨਿਕਲਦੀ ਹੈ ਉਹ ਹੁੰਦਾ ਹੈ ਯੂਰਾਈਨ। ਜਸਟ ਐਜ਼ ਕਾਰਬਨ ਡਾਈਆਕਸਾਈਡ ਇਜ਼ ਰਿਮੂਵਡ ਫਰੋਮ ਦਾ ਬਲੱਡ ਇਨ ਦਾ ਲੰਗਸ, ਜਿਵੇਂ ਬਲੱਡ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਲੰਗਸ ਦੇ ਵਿੱਚ ਨਿਕਲਦੀ ਹੈ, ਨਾਈਟਰਸ ਬੇਸਡ ਜੋ ਨਾਈਟ੍ਰੋਜਨ ਬੇਸਡ ਹੈ ਸੱਚ ਹੈ ਯੂਰੀਆ ਐਂਡ ਯੂਰਿਕ ਐਸਿਡ ਆਰ ਰਿਮੂਵਡ ਫਰੋਮ ਦਾ ਬਲੱਡ ਇਨ ਦਾ ਕਿਡਨੀਜ਼। ਇਹ ਕਿਡਨੀ ਦੇ ਵਿੱਚੋਂ ਜਿਹੜਾ ਕਿਡਨੀ ਇੱਕ ਔਰਗਨ ਹੈ ਜਿਹੜਾ ਬਲੱਡ ਦੇ ਵਿੱਚੋਂ ਯੂਰੀਆ ਜਾਂ ਯੂਰਿਕ ਐਸਿਡ ਨੂੰ ਰਿਮੂਵ ਕਰਦਾ ਹੈ। It is then no surprise that the basic filtration unit in the kidney ਦੇ ਵਿੱਚ ਹੀ ਕੋਈ ਯੂਨਿਟ ਹੈ ਜਿਹੜੀ ਫਿਲਟਰ ਕਰਦੀ ਹੈ ਸਾਡੇ ਬਲੱਡ ਨੂੰ, ਲਾਈਕ ਇਨ ਦਾ ਲੰਗਸ, ਜਿਵੇਂ ਲੰਗਸ ਦੇ ਵਿੱਚ ਗੈਸ ਫਿਲਟਰ ਹੁੰਦੀ ਹੈ। ਸੋ ਕਿਡਨੀ ਦੇ ਵਿੱਚ ਇੱਕ ਹੀ ਯੂਨਿਟ ਹੈ ਜਿਸ ਨੂੰ ਨੈਫਰੋਨ ਕਿਹਾ ਜਾਂਦਾ ਹੈ। ਈਚ ਕਿਡਨੀ ਹੈਜ਼ ਲਾਰਜ ਨੰਬਰਸ ਆਫ ਦੀਜ਼ ਫਿਲਟਰੇਸ਼ਨ ਯੂਨਿਟ। ਕਿਡਨੀ ਦੇ ਵਿੱਚ ਇੱਕ ਯੂਨਿਟ ਨੇ ਕਾਲਡ ਨੈਫਰੋਨਸ। ਨੈਫਰੋਨ ਕੀ ਹੈ? ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਕਿਡਨੀ। ਕਿਡਨੀ ਦੀ ਸਟਰਕਚਰ ਵੀ ਕਿਡਨੀ ਦੀ ਇਹਦੇ ਕਰਕੇ ਬਣੀ ਹੈ ਅਤੇ ਫੰਕਸ਼ਨ ਵੀ ਇਹਦੇ ਕਰਕੇ ਕਰਦੀ ਹੈ ਨੈਫਰੋਨ। ਪੈਕਡ ਕਲੋਜ਼ ਟੂਗੈਦਰ, ਜਿਹੜੀ ਬਹੁਤ ਕਲੋਜ਼ਲੀ ਪੈਕਡ ਹੁੰਦੀ ਹੈ। ਇੱਕ ਨੈਫਰੋਨ ਵਾਲ ਵਰਗੀ ਬਰੀਕ ਨਾੜੀ ਹੈ ਜੋ ਕਿ ਇੱਕ ਹੀ ਜਗ੍ਹਾ 'ਤੇ ਬਹੁਤ ਹੀ ਨੇੜੇ ਪੈਕ ਹੋਈ ਹੁੰਦੀ ਹੈ। ਉਸ ਦੇ ਵਿੱਚੋਂ ਜਦੋਂ ਬਲੱਡ ਪਾਸ ਹੁੰਦਾ ਹੈ ਤਾਂ ਉਹ ਯੂਨਰਲ ਨੂੰ ਸੈਪਰੇਟ ਕਰਦੀ ਹੁੰਦੀ ਹੈ। ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਵਾਟਰ ਫਿਲਟਰ ਲੱਗੇ ਹੋਏ ਹਨ, ਇਸ ਤਰ੍ਹਾਂ ਇਹ ਬਲੱਡ ਨੂੰ ਫਿਲਟਰ ਕਰ ਦਿੰਦੀ ਹੈ। Some substances in initial filtrate such as glucose, amino acids, salts and major amount of water are selectively reabsorbed as the urinal flows along the tube। ਸੋ ਸਾਰੇ ਇਹ ਜਿਹੜੇ ਪ੍ਰੋਡਕਟ ਹਨ as the urine flows along the tube, ਜਿਵੇਂ ਹੀ ਇਸ ਲੰਬੀ ਟਿਊਬ 'ਚ ਹੀ ਜਾਂਦੇ ਹਨ ਉਹਨਾਂ ਨੂੰ ਅਬਜ਼ੋਰਬ ਕਰ ਲਿਆ ਜਾਂਦਾ ਹੈ। ਦੀ ਅਮਾਊਂਟ ਆਫ ਵਾਟਰ ਰੀਅਬਜ਼ੋਰਬਡ ਡਿਪੈਂਡਸ ਅਪੋਨ ਹਾਊ ਮਚ ਐਕਸੈਸ ਵਾਟਰ ਦੇਅਰ ਇਜ਼ ਇਨ ਦਾ ਬੋਡੀ। ਅਤੇ ਕਿੰਨਾ ਅਬਜ਼ੋਰਬ ਹੁੰਦਾ ਹੈ? ਜਿੰਨਾ ਅਸੀਂ ਪਾਣੀ ਵੱਧ ਪੀਂਦੇ ਹਾਂ। ਐਂਡ ਹਾਊ ਮਚ ਆਫ ਡਿਜ਼ੋਲਵਡ ਵੇਸਟ ਦੇਅਰ ਇਜ਼ ਟੂ ਬੀ ਐਕਸੀਟਡ, ਅਤੇ ਜਿੰਨੀ ਵੇਸਟ ਪ੍ਰੋਡਕਟ ਡਿਜ਼ੋਲਵ ਹੋਏ ਹਨ। ਇਸ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਜੋ ਵੇਸਟ ਪ੍ਰੋਡਕਟ ਦੀ ਰਿਮੂਵਲ ਹੋ ਸਕੇ ਅਤੇ ਸਾਡਾ ਜਿਹੜਾ ਬਲੱਡ ਹੈ ਉਹ ਸਾਫ਼ ਰਹਿ ਸਕੇ। ਦੀ ਜਰਾਈਨ ਫਾਰਮਿੰਗ ਇਨ ਈਚ ਕਿਡਨੀ ਇਵੈਂਚੁਅਲੀ ਐਂਟਰ ਏ ਲੌਂਗ ਟਿਊਬ ਦੀ ਯੂਟਰ। ਜੋ ਕਿਡਨੀ ਦੇ ਵਿੱਚ ਹੁਣ ਇਹ ਵਾਸ਼ਰੂਮ ਕ੍ਰੀਏਟ ਹੋ ਗਿਆ ਉਹ ਯੂਟਰ ਰਾਹੀਂ ਵਿੱਚ ਕਨੈਕਟ ਦਾ ਕਿਡਨੀ ਵਿਦ ਦਾ ਯੂਨਰਲ ਬਲੈਡਰ। ਇਹ ਉਹ ਨਾੜੀ ਹੈ, ਉਹ ਪਾਈਪ ਹੈ ਜੋ ਕਿਡਨੀ ਅਤੇ ਯੂਨਰੀ ਬਲੈਡਰ ਨੂੰ ਕਨੈਕਟ ਕਰਦੀ ਹੈ। ਯੂਰਾਈਨ ਇਜ਼ ਸਟੋਰਡ ਇਨ ਯੂਨਰੀ ਬਲੈਡਰ ਅੰਟਲ ਦੀ ਪ੍ਰੈਸ਼ਰ ਆਫ ਦਾ ਐਕਸਪੈਂਡਡ ਬਲੈਡਰ ਲੀਡਸ ਟੂ ਪਾਸ ਇਟ ਆਊਟ ਥਰੂ ਦਾ ਯੂਥਰਾ। ਓਨੀ ਦੇਰ ਯੂਰਾਈਨ ਨੂੰ ਸਟੋਰ ਕਰਦਾ ਹੈ ਜਿੰਨੀ ਤੱਕ ਯੂਥਰਾ ਰਾਹੀਂ ਪਾਸ ਆਊਟ ਨਹੀਂ ਹੋ ਸਕਦਾ। ਇਹ ਬਲੈਡਰ ਇਜ਼ ਮਸਕੂਲਰ ਸੋ ਇਟ ਇਜ਼ ਅੰਡਰ ਨਰਵਸ ਕੰਟਰੋਲ। ਇਹ ਮਾਸਕੂਲਰ ਹੈ ਅਤੇ ਨਰਵਸ ਕੰਟਰੋਲ ਦੇ ਅੰਡਰ ਹੈ। ਨੈਕਸਟ ਚੈਪਟਰ ਦੇ ਵਿੱਚ ਪੜ੍ਹਨਾ ਹੈ ਨਰਵਸ ਜਾਂ ਬ੍ਰੇਨ ਕਿਵੇਂ ਕੰਟਰੋਲ ਕਰਦਾ ਹੈ। ਸਾਨੂੰ ਅਨੁਭਵ ਹੋ ਜਾਂਦਾ ਹੈ ਕਿ ਸਾਨੂੰ ਹੁਣ ਵਾਸ਼ਰੂਮ ਜਾਣਾ ਚਾਹੀਦਾ ਹੈ, ਅਨੁਭਵ ਹੋ ਜਾਂਦਾ ਹੈ ਅਤੇ ਬ੍ਰੇਨ ਨੂੰ ਸਿਗਨਲ ਮਿਲਦਾ ਹੈ ਅਤੇ ਬ੍ਰੇਨ ਤੋਂ ਫਿਰ ਐਕਟੀਵਿਟੀ ਕਰਵਾਉਂਦਾ ਹੈ। ਐਜ਼ ਵੀ ਹੈਵ ਡਿਸਕਸਡ ਐਲਸਵੇਅਰ ਐਜ਼ ਏ ਰਿਜ਼ਲਟ ਵੀ ਕੈਨ ਯੂਜ਼ਲੀ ਕੰਟਰੋਲ ਟੂ ਅਰਜ਼ ਟੂ ਯੂਰਾਈਨ। ਅਤੇ ਅਸੀਂ ਜਨਰਲੀ ਇਸ ਨੂੰ ਆਪ ਕੰਟਰੋਲ ਕਰਨਾ ਹੁੰਦਾ ਹੈ। ਸੋ ਕਿਡਨੀਜ਼ ਆਰ ਵਾਈਟਲ ਔਰਗਨਸ ਫਾਰ ਸਰਵਾਈਵਲ। ਸੋ ਕਿਡਨੀ ਹਨ ਜਿਹੜੀਆਂ ਇਹ ਸਾਡੇ ਜੀਵਨ ਦਾ ਮੁੱਖ ਅੰਗ ਨੇ। ਜੇਕਰ ਕਿਡਨੀਜ਼ ਫੇਲੀਅਰ ਹੋ ਜਾਣ
ਤਾਂ ਸਾਡੀ ਬਾਡੀ ਦੇ ਵਿੱਚ ਯੂਰੀਆ ਜਿਹੜਾ ਇਹਨੇ ਸੈਪਰੇਟ ਕਰਨਾ ਉਹ ਵੱਧ ਜਾਵੇਗਾ ਅਤੇ ਕਈ ਪੋਇਜ਼ਨਸ ਸਬਸਟੈਂਸ ਪੈਦਾ ਹੋ ਜਾਣਗੇ। ਸੈਵਰਲ ਫੈਕਟਰਸ ਲਾਈਕ ਇਨਫੈਕਸ਼ਨ, ਇੰਜਰੀ ਔਰ ਰਿਸਟ੍ਰਿਕਟਡ ਬਲੱਡ ਫਲੋਜ਼ ਟੂ ਕਿਡਨੀ ਰਿਡਿਊਸ ਦੀ ਐਕਟੀਵਿਟੀ ਆਫ ਕਿਡਨੀਜ਼। ਕੋਈ ਇਨਫੈਕਸ਼ਨ ਹੋ ਜਾਵੇ, ਸੱਟ ਲੱਗ ਜਾਵੇ, ਜਾਂ ਜੋ ਸਹੀ ਬਲੱਡ ਹੈ ਨਹੀਂ ਹੈ, ਰਿਸਟ੍ਰਿਕਟਡ ਬਲੱਡ ਹੈ ਜਿਹੜਾ, ਡਿਫੈਕਟਡ ਬਲੱਡ, ਇਹ ਸਾਰਾ ਕਿਡਨੀ ਦੀ ਐਫੀਸ਼ੈਂਸੀ ਨੂੰ ਘਟਾ ਦਿੰਦਾ ਹੈ। ਦਿਸ ਲੀਡਸ ਟੂ ਕਮੂਲੇਸ਼ਨ ਆਫ ਪੋਇਜ਼ਨਸ ਵੇਸਟ ਇਨ ਦਾ ਬਾਡੀ, ਜਿਸ ਕਾਰਨ ਜੇ ਕਿਡਨੀ ਦਾ ਫੰਕਸ਼ਨ ਘਟ ਗਿਆ ਤਾਂ ਪੋਇਜ਼ਨਸ ਜ਼ਹਿਰੀਲੀ ਵੇਸਟ ਸਾਡੀ ਬਾਡੀ 'ਚ ਜਮ੍ਹਾਂ ਹੋ ਜਾਏਗੀ, ਵਿਚ ਕੈਨ ਈਵਨ ਲੀਡ ਟੂ ਡੈਥ, ਜੋ ਡੈਥ ਦਾ ਕਾਰਨ ਬਣ ਜਾਂਦਾ ਹੈ। ਇਨ ਕੇਸ ਆਫ ਕਿਡਨੀ ਫੇਲੀਅਰ, ਜੇ ਕਿਡਨੀ ਫੇਲੀਅਰ ਹੋ ਜਾਵੇ, ਕਿਡਨੀ ਦੀ ਕੋਈ ਰਿਪੇਅਰ ਨਹੀਂ ਹੁੰਦੀ ਬੇਟੇ, ਜੇ ਫੇਲੀਅਰ ਹੋ ਜਾਵੇ ਤਾਂ ਐਨ ਆਰਟੀਫਿਸ਼ੀਅਲ ਕਿਡਨੀ ਕੈਨ ਬੀ ਯੂਜ਼ਡ। ਇੱਕ ਆਰਟੀਫਿਸ਼ੀਅਲ ਕਿਡਨੀ ਯੂਜ਼ ਕੀਤੀ ਜਾਂਦੀ ਹੈ। ਆਰਟੀਫਿਸ਼ੀਅਲ ਮਨੁੱਖ ਦੀ ਬਣਾਈ ਹੋਈ ਕੀ ਹੁੰਦੀ ਹੈ ਉਹ? ਡਾਇਲਿਸਿਸ ਮਸ਼ੀਨ। ਦੀ ਆਰਟੀਫਿਸ਼ੀਅਲ ਕਿਡਨੀ ਇਜ਼ ਏ ਡਿਵਾਈਸ। ਆਰਟੀਫਿਸ਼ੀਅਲ ਕਿਡਨੀ ਉਹ ਡਿਵਾਈਸ ਹੈ ਯੂਜ਼ ਟੂ ਰਿਮੂਵ ਨਾਈਟਰਸ ਬੇਸਡ ਪ੍ਰੋਡਕਟ ਫਰਾਮ ਦਾ ਬਲੱਡ ਥਰੂ ਡਾਇਲਿਸਿਸ, ਜੋ ਡਾਇਲਿਸਿਸ ਰਾਹੀਂ ਬਲੱਡ ਵਿੱਚੋਂ ਨਾਈਟ੍ਰੋਜਨ ਪ੍ਰੋਡਕਟ ਨੂੰ ਰਿਮੂਵ ਕਰਦੀ ਹੈ। ਇਹ ਕੰਮ ਕਿਹਦਾ ਹੈ? ਕਿਡਨੀ ਦਾ। ਕਿਡਨੀ ਜਦੋਂ ਫੇਲ ਹੋ ਜਾਂਦੀ ਹੈ ਤਾਂ ਇੱਕ ਮਸ਼ੀਨ ਹੈ ਡਾਇਲਿਸਿਸ ਮਸ਼ੀਨ, ਇਸ ਫਿਗਰ ਦੇ ਵਿੱਚ ਤੁਸੀਂ ਦੇਖ ਰਹੇ ਹੋ। ਇਸ ਦੇ ਵਿੱਚ ਕੀ ਹੁੰਦਾ ਹੈ? ਆਰਟੀਫਿਸ਼ੀਅਲ ਕਿਡਨੀਜ਼ ਕੰਟੇਨਸ ਏ ਨੰਬਰ ਆਫ ਟਿਊਬਸ ਵਿਦ ਸੈਮੀ ਪਰਵਲ ਲਾਈਨਿੰਗ ਸਸਪੈਂਡਡ ਇਨ ਏ ਟੈਂਕ ਫਿਲਡ ਵਿਦ ਡਾਇਲਾਈਜ਼ਿੰਗ ਫਲੂਡ। ਇੱਕ ਟੈਂਕ ਦੇ ਵਿੱਚ ਪਾਈਪ ਇਸ ਤਰ੍ਹਾਂ ਪਾਈ ਹੁੰਦੀ ਹੈ ਅਤੇ ਉਸਨੂੰ ਇੱਕ ਡਾਇਲਾਈਜ਼ਿੰਗ ਫਲੂਡ ਉਸ ਦੇ ਵਿੱਚ ਲੱਗਿਆ ਹੁੰਦਾ ਹੈ। ਦੀ ਫਲੂਡ ਹੈਜ਼ ਸਮ ਓਸਮੋਟਿਕ ਪ੍ਰੈਸ਼ਰ ਐਜ਼ ਬਲੱਡ, ਉਸ ਦਾ ਓਸਮੋਟਿਕ ਪ੍ਰੈਸ਼ਰ ਬਲੱਡ ਦੇ ਬਰਾਬਰ ਦਾ ਰੱਖਿਆ ਜਾਂਦਾ ਹੈ। ਐਕਸੈਪਟ ਦੈਟ ਇਟ ਇਜ਼ devoid in nitrous based, the patient blood is passed through these tube। ਪੇਸ਼ੈਂਟ ਦਾ ਬਲੱਡ ਹੈ ਜਿਹੜਾ ਇਸ ਟਿਊਬ ਦੇ ਵਿੱਚ ਹੀ ਪਾਸ ਆਊਟ ਕੀਤਾ ਜਾਂਦਾ ਹੈ, ਜੋ ਕੰਮ ਕਿਡਨੀ ਨੇ ਕਰਨਾ ਹੁਣ। ਡੂਰਿੰਗ ਦਿਸ ਪਾਸਿੰਗ ਦੇ ਦੌਰਾਨ ਦੀ ਵੇਸਟ ਪ੍ਰੋਡਕਟ ਫਰਮ ਦਾ ਬਲੱਡ ਪਾਸ ਇਨਟੂ ਦਾ ਡਾਇਲਾਈਜ਼ਿੰਗ ਫਲੂਡ ਬਾਏ ਡਿਫਿਊਜ਼ਨ। ਇਸ ਮਸ਼ੀਨ ਦੇ ਰਾਹੀਂ ਉਹ ਬਲੱਡ ਪਾਸ ਆਊਟ ਕੀਤਾ ਜਾਂਦਾ ਹੈ ਅਤੇ ਜਦੋਂ ਉਹ ਬਲੱਡ ਪਿਓਰ ਹੋ ਗਿਆ, ਦੀ ਪਿਓਰੀਫਾਈਡ ਬਲੱਡ ਇਜ਼ ਪੰਪਡ ਬੈਕਡ ਇਨਟੂ ਦਾ ਪੇਸ਼ੈਂਟ, ਅਤੇ ਉਹ ਪਿਓਰ ਕੀਤਾ ਹੋਇਆ ਬਲੱਡ ਪੇਸ਼ੈਂਟ ਦੀ ਬਾਡੀ ਵਿੱਚ ਦੁਬਾਰਾ ਭੇਜ ਦਿੱਤਾ ਜਾਂਦਾ ਹੈ। ਭਾਵ ਜੋ ਕੰਮ ਕਿਡਨੀ ਨੇ ਸਾਡੀ ਬਾਡੀ ਦੇ ਵਿੱਚ ਕਰਨਾ ਹੈ ਉਹ ਡਾਇਲਾਈਜ਼ਿੰਗ ਮਸ਼ੀਨ ਬਾਹਰ ਕਰਕੇ ਪਿਓਰ ਬਲੱਡ ਨੂੰ ਫੇਰ ਮਨੁੱਖ ਦੇ ਸਰੀਰ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਡਾਇਲਿਸਿਸ ਪ੍ਰੋਸੈਸ। ਦਿਸ ਇਜ਼ ਸਿਮਿਲਰ ਟੂ ਦਾ ਫੰਕਸ਼ਨ ਆਫ ਕਿਡਨੀ, but it is different since there is no reabsorption involved। ਇਸ ਵਿੱਚ ਰੀਅਬਜ਼ੌਰਪਸ਼ਨ ਨਹੀਂ ਹੁੰਦੀ। ਹਰੇਕ ਵਾਰ ਡਾਇਲਿਸਿਸ ਆ ਜਿਹੜੀ ਦੁਬਾਰਾ ਕਰਨੀ ਪੈਂਦੀ ਹੈ। ਨਾਰਮਲੀ ਇਨ ਹੈਲਦੀ ਅਡਲਟ ਦੀ ਇਨੀਸ਼ੀਅਲ ਫਿਲਟਰੇਟ ਇਨ ਕਿਡਨੀਜ਼ ਇਜ਼ ਅਬਾਊਟ 180 ਲੀਟਰ ਡੇਲੀ। 180 ਲੀਟਰ ਡੇਲੀ ਫਿਲਟਰ ਕਰਦੀ ਹੈ ਕਿਡਨੀ। However, the volume actually excreted is only a liter or 2 a day because the remaining filtration is reabsorbed in the kidney tubules। ਸੋ ਇਸ ਤਰ੍ਹਾਂ ਮਨੁੱਖ ਦੀ ਬਾਡੀ ਦੇ ਵਿੱਚ ਜਿਹੜੀ ਵੇਸਟ ਪ੍ਰੋਡਕਟ ਨੇ ਉਹ ਰਿਮੂਵ ਕੀਤੇ ਜਾਂਦੇ ਹਨ। ਇੱਕ ਗੈਸ ਰਿਮੂਵਸ ਹੁੰਦੀਆਂ ਹਨ ਜੋ ਲੰਗਸ ਕਰਦਾ ਹੈ, ਕਾਰਬਨ ਡਾਈਆਕਸਾਈਡ ਬਲੱਡ ਦੇ ਵਿੱਚੋਂ। ਇੱਕ ਨਾਈਟਰਸ ਬੇਸਡ ਹੈ, ਯੂਰੀਆ ਜਾਂ ਯੂਰਿਕ ਐਸਿਡ ਜੋ ਬਲੱਡ ਦੇ ਵਿੱਚ ਹੁੰਦੇ ਹਨ, ਲਿਕੁਅਡ, ਜਿਸ ਨੂੰ ਕਿਡਨੀ ਰਿਮੂਵ ਕਰਦੀ ਹੈ। ਸੋ ਸਿਮਿਲਰਲੀ ਜਿਸ ਤਰ੍ਹਾਂ ਐਨੀਮਲਸ ਦੇ ਵਿੱਚ ਇਸ ਤਰ੍ਹਾਂ ਹੀ ਐਕਸਕ੍ਰੀਸ਼ਨ ਇੱਥੇ ਲਿਖਿਆ ਨਹੀਂ, ਕੁਛ ਐਕਸਕ੍ਰੀਸ਼ਨ ਸਾਡੇ ਕੰਨ ਰਾਹੀਂ ਵੀ ਹੁੰਦੀ ਹੈ, ਜੋ ਕੰਨ ਦੇ ਵਿੱਚੋਂ ਮੈਲ ਨਿਕਲਦੀ ਹੈ। ਅੱਖਾਂ ਰਾਹੀਂ ਵੀ ਹੁੰਦੀ ਹੈ ਕੁਛ ਐਕਸਕ੍ਰੀਸ਼ਨ, ਕੁਛ ਵੇਸਟ ਪ੍ਰੋਡਕਟ ਅੱਖਾਂ ਰਾਹੀਂ ਵੀ ਨਿਕਲਦੇ ਹਨ ਸੁਬਾਹ ਜੋ ਅੱਖਾਂ ਵਿੱਚ ਮੈਲ ਆਉਂਦੀ ਹੈ। ਨੱਕ ਰਾਹੀਂ ਵੀ ਐਕਸਕ੍ਰੀਸ਼ਨ ਹੁੰਦੀ ਹੈ, ਪਸੀਨੇ ਰਾਹੀਂ ਵੀ ਹੁੰਦੀ ਹੈ। ਸਾਡੀ ਬਾਡੀ ਨੂੰ ਪਸੀਨਾ ਆਉਂਦਾ ਹੈ, ਉਹ ਇੱਥੇ ਨਹੀਂ ਲਿਖੀਆਂ ਗਈਆਂ। ਸਵੈਟਿੰਗ ਰਾਹੀਂ, ਅੱਖਾਂ ਰਾਹੀਂ,
ਨੱਕ ਰਾਹੀਂ, ਕੰਨ ਰਾਹੀਂ। ਅਤੇ ਇੱਕ ਇੱਥੇ ਜੋ ਮੇਨ ਹੈ ਸਾਡੀ ਐਕਸਕ੍ਰੀਸ਼ਨ ਟੋਇਲਟ, ਜੋ ਅਸੀਂ ਰੈਸਪੀਰੇਟਰੀ ਟਰੈਕ ਦੇ ਵਿੱਚ ਪੜ੍ਹਦੇ ਹਾਂ, ਜੋ ਛੋਟੀ ਅੰਤੜੀ ਦੇ ਵਿੱਚੋਂ ਜਦੋਂ ਭੋਜਨ ਅਬਜ਼ੋਰਬ ਕੀਤਾ ਜਾਂਦਾ ਹੈ ਸਮਾਲ ਇੰਟੈਸਟਾਈਨ ਦੇ ਵਿੱਚ, ਫਿਰ ਵੱਡੀ ਅੰਤੜੀ 'ਚ ਜਾਂਦਾ ਹੈ। ਉਸ ਤੋਂ ਬਾਅਦ ਜੋ ਵੇਸਟ ਪ੍ਰੋਡਕਟ ਨੇ ਉਹ ਟੋਇਲਟ ਰਾਹੀਂ ਰਿਮੂਵ ਹੋ ਜਾਂਦੇ ਹਨ, ਉਹ ਵੀ ਐਕਸਕ੍ਰੀਸ਼ਨ ਹੈ। ਯੂਨਰਲ ਐਕਸਕ੍ਰੀਸ਼ਨ, ਟੋਇਲਟ ਐਕਸਕ੍ਰੀਸ਼ਨ, ਸਵੈਟਿੰਗ ਪਸੀਨੇ ਰਾਹੀਂ, ਅੱਖਾਂ ਰਾਹੀਂ, ਕੰਨ ਰਾਹੀਂ, ਨੱਕ ਰਾਹੀਂ, ਇਹ ਵੀ ਐਕਸਕ੍ਰੀਸ਼ਨ ਹੁੰਦੀ ਹੈ। ਸਿਮਿਲਰਲੀ ਐਕਸਕ੍ਰੀਸ਼ਨ ਇਨ ਪਲਾਂਟਸ, ਇਸੇ ਤਰ੍ਹਾਂ ਹੀ ਪਲਾਂਟਸ ਦੇ ਵਿੱਚ ਐਕਸਕ੍ਰੀਸ਼ਨ ਹੁੰਦੀ ਹੈ। ਇੱਕ ਤਾਂ ਪਲਾਂਟ ਆਕਸੀਜਨ ਛੱਡਦੇ ਹਨ। ਆਕਸੀਜਨ ਇਜ਼ ਸੈਲਫ ਕੈਨ ਨਾਟ ਬੀ ਥੋ ਐਜ਼ ਦੀ ਵੇਸਟ ਪ੍ਰੋਡਕਟ ਜਨਰੇਟਡ ਡੂਰਿੰਗ ਫੋਟੋਸੈਂਥਸਿਸ। ਫੋਟੋਸੈਂਥਸਿਸ ਰਾਹੀਂ ਵੇਸਟ ਪ੍ਰੋਡਕਟ ਕਿਹੜਾ ਪੌਦਿਆਂ ਲਈ ਵੇਸਟ ਪ੍ਰੋਡਕਟ ਆ ਆਕਸੀਜਨ, ਉਸ ਨੂੰ ਰਿਮੂਵ ਕਰਦੀ ਹੈ। ਅਤੇ ਸਾਡੇ ਲਈ ਕੀ ਹੈ, ਉਹ ਇੱਕ ਬੈਨੀਫਿਟ ਵਾਲਾ ਪ੍ਰੋਡਕਟ ਹੈ। ਸੋ ਫੋਟੋਸੈਂਥਸਿਸ ਜਦੋਂ ਹੁੰਦੀ ਹੈ, ਪਲਾਂਟਸ ਅਬਜ਼ੋਰਬ ਕਾਰਬਨ ਡਾਈਆਕਸਾਈਡ ਐਂਡ ਰਿਮੂਵ ਆਕਸੀਜਨ ਐਜ਼ ਏ ਵੇਸਟ ਪ੍ਰੋਡਕਟ, ਅਤੇ ਉਸ ਨੂੰ ਰਿਮੂਵ ਕਰਦੀ ਹੈ ਵੇਸਟ ਪ੍ਰੋਡਕਟ ਨੂੰ। ਇੱਕ ਗੱਲ ਇਹ ਵੀ ਧਿਆਨ ਵਿੱਚ ਰੱਖਣੀ ਹੈ, ਪਲਾਂਟਸ ਦੇ ਵਿੱਚ ਦੋ ਤਰੀਕਿਆਂ ਨਾਲ ਆਕਸੀਜਨ ਐਡ ਹੁੰਦੀ ਹੈ, ਇੱਥੇ ਸ਼ਾਇਦ ਨਹੀਂ ਲਿਖਿਆ। ਇੱਕ ਕਾਰਬਨ ਡਾਈਆਕਸਾਈਡ ਪੱਤਿਆਂ ਤੋਂ, ਇਹਦੇ ਵਿੱਚ ਵੀ ਆਕਸੀਜਨ ਹੈ, ਕਾਰਬਨ ਪਲੱਸ ਆਕਸੀਜਨ। ਇੱਕ ਪਾਣੀ ਜੋ ਥੱਲਿਓਂ ਜੜ੍ਹਾਂ ਲੈਂਦੀਆਂ ਹਨ H2O, ਇਹਦੇ ਵਿੱਚ ਵੀ ਆਕਸੀਜਨ ਹੈ। ਜਿਹੜੀ ਆਕਸੀਜਨ ਸਾਡੇ ਲਈ ਰਿਮੂਵ ਕੀਤੀ ਜਾਂਦੀ ਹੈ, ਮਨੁੱਖਤਾ ਲਈ ਜਾਂ ਐਨੀਮਲਜ਼ ਲਈ, ਉਹ ਵਾਟਰ ਵਾਲੀ ਆਕਸੀਜਨ ਹੁੰਦੀ ਹੈ, ਨਾ ਕਿ ਕਾਰਬਨ ਡਾਈਆਕਸਾਈਡ ਵਾਲੀ। ਇਹ ਗੱਲ ਧਿਆਨ ਵਿੱਚ ਰੱਖਣੀ ਹੈ, ਇੱਥੇ ਸ਼ਾਇਦ ਲਿਖਿਆ ਜਾਂ ਨਹੀਂ ਲਿਖਿਆ। ਆਕਸੀਜਨ itself can be brought as the waste product generated during the photosynthesis. We have discussed earlier how plants deal with the oxygen as well as carbon dioxide. ਇਹ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਕਿਵੇਂ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਐਕਸਚੇਂਜ ਹੁੰਦੀਆਂ ਹਨ। ਦੇ ਗੈਟ ਰਾਈਡ ਆਫ ਐਕਸੈਸ ਵਾਟਰ ਫਾਰ ਟਰਾਂਸਪੀਰੇਸ਼ਨ। ਇੱਕ ਵੇਸਟ ਹੁੰਦੀ ਹੈ ਟਰਾਂਸਪੀਰੇਸ਼ਨ ਰਾਹੀਂ, ਹੁਣੇ ਹੀ ਪੜ੍ਹ ਕੇ ਹਟੇ ਹਾਂ ਪਹਿਲਾਂ। ਟਰਾਂਸਪੀਰੇਸ਼ਨ ਦੀ ਰਿਮੂਵਲ ਆਫ ਵਾਟਰ ਫਰਾਮ ਦਾ ਏਰੀਅਲ ਪਾਰਟਸ ਆਫ ਦਾ ਪਲਾਂਟ। ਪਲਾਂਟ ਦੇ ਏਰੀਅਲ ਉੱਪਰਲੇ ਪਾਰਟਸ ਦੇ ਵਿੱਚੋਂ ਜਿਹੜਾ ਵਾਟਰ ਰਿਮੂਵ ਹੁੰਦਾ ਹੈ, ਕਾਲਡ ਟਰਾਂਸਪੀਰੇਸ਼ਨ। ਇਹ ਦੂਜੀ ਐਕਸਕ੍ਰੀਸ਼ਨ ਹੋ ਗਈ। ਇੱਕ ਹੋ ਗਈ ਆਕਸੀਜਨ, ਇੱਕ ਵਾਟਰ ਰਿਮੂਵ ਹੋਣਾ। ਅਤੇ ਹੋਰ ਤੁਸੀਂ ਕਈ ਵਾਰ ਦੇਖਦੇ ਹੋ ਇੱਕ ਗੂੰਦ ਵਰਗਾ ਮਟੀਰੀਅਲ ਵੀ ਪਲਾਂਟਸ ਦੇ ਬਾਹਰ ਕਈ ਵਾਰ ਲੱਗਿਆ ਹੁੰਦਾ ਹੈ, ਗੂੰਦ ਵਰਗਾ ਮਟੀਰੀਅਲ, ਉਹ ਵੀ ਐਕਸਕ੍ਰੀਸ਼ਨ ਹੈ ਪਲਾਂਟਸ ਦੀ। ਜਿਵੇਂ ਸਾਡੇ ਅੱਖਾਂ, ਕੰਨਾਂ, ਨੱਕ ਰਾਹੀਂ ਹੁੰਦੀ ਹੈ, ਗੂੰਦ ਵੀ ਇੱਕ ਐਕਸਕ੍ਰੀਸ਼ਨ ਹੈ। ਪੱਤਿਆਂ ਦਾ ਪੀਲਾ ਹੋ ਕੇ ਝੜ ਜਾਣਾ, ਡਿੱਗ ਜਾਣਾ, ਉਹ ਵੀ ਐਕਸਕ੍ਰੀਸ਼ਨ ਹੈ, ਉਹ ਵੀ ਇੱਕ ਵੇਸਟ ਪ੍ਰੋਡਕਟ ਗਿਰਦੇ ਹਨ। ਛਿੱਲੜ ਲੈ ਕੇ ਗਿਰ ਜਾਣੇ, ਉਹ ਵੀ ਇੱਕ ਐਕਸਕ੍ਰੀਸ਼ਨ ਹੈ। ਸੋ ਪਲਾਂਟਸ ਦੇ ਵਿੱਚ ਆਕਸੀਜਨ, ਟਰਾਂਸਪੀਰੇਸ਼ਨ, ਰਿਮੂਵਲ ਆਫ ਵਾਟਰ, ਅਤੇ ਹੋਰ ਜੋ ਤੁਹਾਨੂੰ ਦੱਸਿਆ ਹੈ। ਦੇ ਕੈਨ ਈਵਨ ਲੋਸ ਆਫ ਸਮ ਪਾਰਟ ਸੱਚ ਐਜ਼ ਲੀਵਸ, ਪੱਤਿਆਂ ਦਾ ਝੜਨਾ। ਮੈਨੀ ਪਲਾਂਟ ਵੇਸਟ ਪ੍ਰੋਡਕਟਸ ਆਰ ਸਟੋਰਡ ਇਨ cellular vacuoles. Waste product may be stored in leaves that fall off. ਕੁਝ ਵੇਸਟ ਪ੍ਰੋਡਕਟ ਪੱਤਿਆਂ ਵਿੱਚ ਵੀ ਹੁੰਦੇ ਹਨ ਜਿਹੜੇ fall off ਹੋ ਜਾਂਦੇ ਨੇ, ਗਿਰ ਜਾਂਦੇ ਨੇ। ਅਦਰ ਵੇਸਟ ਪ੍ਰੋਡਕਟ ਆਰ ਸਟੋਰਡ ਐਜ਼ ਰੀਜ਼ਨ, ਜੋ ਮੈਂ ਤੁਹਾਨੂੰ ਦੱਸਿਆ, ਗਮਸ, ਜੋ ਗੂੰਦ, ਸਪੈਸ਼ਲੀ ਇਨ ਓਲਡ ਜ਼ਾਈਲਮ, ਜਿਹੜੇ ਪੁਰਾਣੇ ਜ਼ਾਈਲਮ ਵਿੱਚ ਹੁੰਦੇ ਨੇ। ਪਲਾਂਟਸ ਆਲਸੋ ਕ੍ਰੀਏਟ ਸਮ ਵੇਸਟ ਪ੍ਰੋਡਕਟ ਇਨਟੂ ਦਾ ਸੋਇਲ ਅਰਾਊਂਡ ਦੈਮ। ਕੁਝ ਵੇਸਟ ਪ੍ਰੋਡਕਟ ਪਲਾਂਟਸ ਮਿੱਟੀ ਵਿੱਚ ਵੀ ਛੱਡਦਾ ਹੈ। ਸੋ ਇਹ ਸੀ ਐਕਸਕ੍ਰੀਸ਼ਨ ਇਜ਼ ਦੀ ਲਾਸਟ ਪ੍ਰੋਸੈਸ। ਸੋ 4 ਲਾਈਫ ਪ੍ਰੋਸੈਸਿਸ ਹਨ। ਮੇਨਟੇਨੈਂਸ ਆਫ ਲਾਈਫ ਰਿਕੁਆਇਰਸ ਪ੍ਰੋਸੈਸਿਸ ਲਾਈਕ ਨਿਊਟ੍ਰੀਸ਼ਨ, respiration, transportation of the material within the body, and last one is excretion of waste product. So 4 ਇਹ ਲਾਈਫ ਪ੍ਰੋਸੈਸਿਸ ਹਨ।
ਨਿਊਟ੍ਰੀਸ਼ਨ, ਰੈਸਪੀਰੇਸ਼ਨ, ਟਰਾਂਸਪੋਰਟੇਸ਼ਨ ਐਂਡ ਐਕਸੀਸ਼ਨਸ। ਸੋ ਬੇਟੇ ਇਹਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਹੈ, ਯਾਦ ਕਰ ਲੈਣਾ ਹੈ ਅਤੇ ਕੁਐਸਚਨ ਆਨਸਰ ਯਾਦ ਕਰ ਲੈਣੇ ਹਨ। ਅਤੇ ਧਿਆਨ ਨਾਲ ਇਹ ਚੈਪਟਰ ਹੈ ਜਿਹੜਾ ਸਾਡੀ ਲਾਈਫ ਲਈ ਵੀ ਇੰਪੋਰਟੈਂਟ ਹੈ। ਸਾਰਿਆਂ ਨੂੰ ਇਸ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਥੈਂਕ ਯੂ ਬੇਟੇ, ਹੈਵ ਅ ਨਾਈਸ ਡੇ।